ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸਾਹਿਬ ਸਤਿਗੁਰੂ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆਪਣਾ ਮਨ ਜੋੜਨਾ ਕਰੀਏ, ਕਿਉਂਕਿ ਜੇ ਮਨ ਜੁੜੇਗਾ ਤਾਂ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਕੋਈ ਨਾ ਕੋਈ ਸ਼ਬਦ ਹਿਰਦੇ ਵਿੱਚ ਵਸ ਜਾਵੇਗਾ। ਇਸ ਮਨ ਨੂੰ ਕੋਈ ਰਸਤਾ ਮਿਲ ਜਾਵੇਗਾ। ਬਿਨਾਂ ਗੁਰਬਾਣੀ ਤੋਂ ਇਸ ਵੇਲੇ ਕੋਈ ਨਹੀਂ ਰਾਹ ਦੱਸਣ ਵਾਲਾ। ਇੱਕ ਧੁਰ ਕੀ ਬਾਣੀ ਹੈ, ਚਿੰਤਾਵਾਂ ਬਾਰੀ ਫਿਕਰ, ਕਿਉਂਕਿ ਫਿਕਰਾਂ ਨਾਲ ਬੰਦਾ ਘੇਰਿਆ ਪਿਆ ਹੈ, ਰਾਤ ਦਿਨ ਚਿੰਤਾ ਵਿੱਚ ਗ੍ਰਸਤ ਹੈ। ਗੁਰਬਾਣੀ ਸਮਝਾ ਦਿੰਦੀ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਿਸ ਅਕਾਲ ਪੁਰਖ ਜੀ ਨੇ ਸਾਰਾ ਸੰਸਾਰ ਸਾਜਿਆ ਹੈ। ਚੌਹਾਂ ਖਾਣੀਆਂ ਦੇ ਜੀਵ ਸਾਜੇ ਹਨ, ਇਹ ਸੰਸਾਰ ਬਣਾਇਆ ਹੈ, ਖੰਡ ਬ੍ਰਹਿਮੰਡ ਬਣਾਏ ਹਨ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਬਣਾਏ ਹਨ। ਜਿੱਥੇ ਜਿੱਥੇ ਵੀ ਕੋਈ ਜੀਵ ਰਹਿ ਰਿਹਾ ਹੈ, ਜੋ ਦਿਸਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਾਰੇ ਵਾਹਿਗੁਰੂ ਜੀ ਨੂੰ ਹੀ ਜਪਦੇ ਹਨ। ਆਪਾਂ ਵੀ ਕੜੀ ਮਨ ਜੋੜੀਏ। ਜਨਮ ਸਾਖੀ ਹੈ ਭਾਈ ਬਾਲਾ ਜੀ ਵਾਲੀ। ਕਿਵੇਂ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਦਾ ਅੰਗ ਹੈ, ਪੇਜ ਹੈ 11, 12। ਸ਼ਬਦ ਹੈ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ, ਵੱਡੇ ਬਾਬਾ ਜੀ ਦਾ ਧੰਨ 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 ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਰੋਜ਼ ਪੜ੍ਹਦੇ ਹਾਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਲ ਯੁਗ ਦਾ ਸਮਾਂ ਹੈ। ਕਲ ਯੁਗ ਨਾਨਕ ਨਾਮ ਸੁਖਾਲਾ। ਉੱਠਦਿਆਂ ਬੈਠਦਿਆਂ ਸੁੱਤੇ ਪਏ ਹਾਂ ਤਾਂ ਵੀ, ਜੇ ਉੱਠ ਕੇ ਬੈਠੇ ਹਾਂ ਤਾਂ ਵੀ ਕਹਿ ਸਕਦੇ ਹਾਂ ਸਤਿਨਾਮ ਸ੍ਰੀ ਵਾਹਿਗੁਰੂ ਜੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ ਅੰਗ ਹੈ 432 432। ਜਨਮ ਸਾਖੀ ਭਾਈ ਬਾਲਾ ਜੀ ਵਾਲੀ, ਜਿਸ ਵਿੱਚ ਸਤਿਗੁਰਾਂ ਨੇ ਪੱਟੀ ਜਿਹੜੀ ਹੈ ਲਿਖੀ ਹੈ, ਊੜਾ ਐੜਾ, ਜਿਵੇਂ ਜਿਵੇਂ ਅੱਖਰਾਂ ਦੁਆਰਾ ਉਪਦੇਸ਼ ਬਖਸ਼ਿਸ਼ ਕੀਤੇ ਹਨ, ਦਾਸਰਾ ਪੜ੍ਹ ਰਿਹਾ ਹੈ, ਕਿਉਂਕਿ ਹਰ ਅੱਖਰ ਗਿਆਨ ਦੇ ਰਿਹਾ ਹੈ। ਜਦੋਂ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਪੜ੍ਹਦੇ ਹਾਂ, ਅੱਖਰੀ ਨਾਮ ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ ਸੰਜੋਗ ਵਖਾਣ। ਅੱਖਰਾਂ ਦੁਆਰਾ ਬੜਾ ਗਿਆਨ ਮਿਲਦਾ ਹੈ, ਬੜੀ ਸੋਝੀ ਮਿਲਦੀ ਹੈ। ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਪਹਿਲੇ ਪਾਤਸ਼ਾਹ ਜੀ ਨੇ ਜੋ ਪੱਟੀ ਉਚਾਰਨ ਕੀਤੀ ਹੈ, ਪੱਟੀ ਲਿਖੀ ਹੈ, ਇਹ ਉਹਨਾਂ ਸਮਿਆਂ ਦੀਆਂ ਗੱਲਾਂ ਹਨ ਜਦੋਂ ਸਤਿਗੁਰਾਂ ਦੇ ਪਿਤਾ ਜੀ ਨੇ, ਮਹਿਤਾ ਕਾਲੂ ਜੀ ਨੇ ਪੜ੍ਹਨੇ ਪਾਇਆ, ਸ਼ਬਦ ਉਚਾਰਨ ਕੀਤੇ। ਯਕ ਅਰਜ ਗੁਫਤਮ ਪੇਸਤੋ ਦਰਗੋਸ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਵਾਹਿਗੁਰੂ ਜੀ, ਦੁਨੀਆ ਐਬਾਂ ਨਾਲ ਭਰੀ ਹੋਈ ਹੈ, ਤੁਸੀਂ ਬੇਐਬ ਹੋ ਪਰਵਦਗਾਰ ਵਾਹਿਗੁਰੂ ਜੀ। ਅੰਗ ਹੈ, ਪੇਜ ਹੈ ਜਨਮ ਸਾਖੀ ਭਾਈ ਬਾਲਾ ਜੀ ਵਾਲੀ।
12 ਇਹ ਸ਼ਬਦ ਸ਼ੁਰੂ ਹੁੰਦਾ ਹੈ 11 ਤੋਂ। ਰਾਗ ਆਸਾ ਮਹੱਲਾ ਪਹਿਲਾ। ਪੱਟੀ ਲਿਖੀ ਰਾਗ ਆਸਾ ਹੈ। ਪਹਿਲੇ ਪਾਤਸ਼ਾਹ ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਹਨ। ਇਕ ਓੰਕਾਰ ਸਤਿਗੁਰ ਪ੍ਰਸਾਦ। ਇਕ ਉਹ ਜੋ ਅਕਾਲ ਪੁਰਖ ਵਾਹਿਗੁਰੂ ਜੀ, ਜੋ ਸਾਰੇ ਸੰਸਾਰ ਦੇ ਚੌਹਾਂ ਖਾਣੀਆਂ ਦੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਵਸ ਰਹੇ ਜੀਵਾਂ ਦੇ ਚਾਰ ਖਾਣੀਆਂ ਹਨ। ਅੰਡਜ ਜੇਰਜ ਸੇਤਜ ਉਤਪੁਜ ਸਭ ਤੇਰੇ ਕੀਤੇ ਜਨਤਾ। ਸਾਰੇ ਉਹਨਾਂ ਨੂੰ ਹੀ ਯਾਦ ਕਰਦੇ ਹਨ। ਸਾਰਿਆਂ ਤੇ ਸਤਿਗੁਰਾਂ ਦੀ ਕਿਰਪਾ ਰਹਿੰਦੀ ਹੈ। ਅੱਜ ਵੀ ਸਾਡੇ ਤੇ ਜੇ ਅਸੀਂ ਦਿਲੋਂ ਯਾਦ ਕਰੀਏ ਤੇ ਸਤਿਗੁਰੂ ਜੀ ਦੀ ਕਿਰਪਾ ਸਾਰਿਆਂ ਜੀਵਾਂ ਤੇ ਸਾਡੇ ਤੇ ਵਰਤ ਰਹੀ ਹੈ। ਇੱਕ ਉਹ ਹਨ, ਇੱਕ ਓੰਕਾਰ ਜੀ, ਜੋ ਸੱਚੇ ਵਾਹਿਗੁਰੂ ਜੀ ਹਨ, ਸਤਿਗੁਰ ਹਨ। ਪ੍ਰਸਾਦ ਉਹਨਾਂ ਦੀ ਕਿਰਪਾ ਸਤਿਗੁਰੂ ਜੀ ਦੁਆਰਾ ਧੰਨ ਗੁਰੂ ਨਾਨਕ ਸਾਹਿਬ ਜੀ 10 ਪਾਤਸ਼ਾਹੀਆਂ 11ਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹ ਜੋ ਅਕਾਲ ਪੁਰਖ ਵਾਹਿਗੁਰੂ ਜੀ ਹਨ, ਸਾਰੀ ਦੁਨੀਆ ਨੂੰ ਰਚਣ ਵਾਲੇ ਵਨ ਯੂਨੀਵਰਸਲ ਕ੍ਰੀਏਟਰ ਗੋਡ, ਉਹ ਤਾਂ ਮਿਲਦੇ ਹਨ ਜੇ ਗੁਰੂ ਦਾ ਹੁਕਮ ਮੰਨੀਏ। ਬਾਏ ਦ ਗ੍ਰੇਸ ਆਫ ਦ ਟਰੂ ਗੁਰੂ। ਸਤਿਗੁਰੂ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਬਾਜਾਂ ਵਾਲੇ ਇਸ ਵੇਲੇ ਪ੍ਰੈਜ਼ੈਂਟ ਟਾਈਮ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਪਿਆਰ ਕਰੀਏ। ਜਾ ਕਾ ਹਿਰਦਾ ਸੁੱਧ ਹੈ, ਹਿਰਦਾ ਸੁੱਧ ਕਰਨਾ ਪੈਂਦਾ ਹੈ। ਖੋਜ ਸ਼ਬਦ ਮੈਂ ਲਿਖੋ। ਜਿੰਨੇ ਵੀ ਸ਼ਬਦ ਹਨ ਸਿੱਖੋ ਹੋ ਸ਼ਬਦ ਪਿਆਰਿਓ। ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤੇ। ਗੁਰਬਾਣੀ ਨਾਲ ਪਿਆਰ ਕਰਨਾ ਹੈ। ਸੱਸੇ ਤੋਂ ਸਤਿਗੁਰੂ ਜੀ ਉਚਾਰਨ ਕਰਦੇ ਹਨ। ਸਸੈ ਸੋਏ ਸ੍ਰਿਸ਼ਟ ਜਿਨ ਸਾਜੀ। ਸੱਸੇ ਅੱਖਰ ਦੁਆਰਾ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਸ ਵਾਹਿਗੁਰੂ ਜੀ ਨੇ, ਅਕਾਲ ਪੁਰਖ ਜੀ ਨੇ, ਪਰਮੇਸ਼ਰ ਜੀ ਨੇ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ, ਬਣਾਈ ਹੈ, ਤਿਆਰ ਕੀਤੀ ਹੈ। ਪਤਾ ਨਹੀਂ ਕਿਤਨੇ ਕੁ ਜੀਵ ਹਨ ਇਸ ਦੇ ਵਿੱਚ। ਮਾਨਸ ਹਨ, ਉਤਪੁਜ ਵਿੱਚ ਦਰਖਤ ਪੱਤੇ ਹਨ, ਫਲ ਬੂਟੇ ਹਨ, ਜਿੰਨੀ ਵੀ ਵਣਸਪਤੀ ਹੈ। ਮੈਲ ਤੋਂ ਜੀਵ ਹਨ, ਜੇਰ ਤੋਂ ਅਸੀਂ ਹਾਂ। ਸਭਨਾ ਸਾਹਿਬ ਏਕ ਭਇਆ। ਇਹ ਜਿੰਨੇ ਵੀ ਹਨ ਦੁਨੀਆ ਦੇ ਵਿੱਚ, ਸਾਰਿਆਂ ਦੇ ਸਾਹਿਬ ਇੱਕੋ ਹਨ। ਇੱਕ ਓੰਕਾਰ ਜੀ, ਅਕਾਲ ਪੁਰਖ ਵਾਹਿਗੁਰੂ ਜੀ, ਪਰਮੇਸ਼ਰ ਜੀ। ਧੰਨ ਗੁਰੂ ਨਾਨਕ ਸਾਹਿਬ ਜੋ ਹੁਕਮ ਕਰਦੇ ਹਨ, ਉਹਨਾਂ ਨੂੰ ਜੋ ਯਾਦ ਕਰਦਾ ਹੈ, ਅਕਾਲ ਪੁਰਖ ਜੀ ਨੂੰ ਸੇਵੰਦਾ ਹੈ। ਸੇਵਤ ਰਹੇ ਚਿਤ ਜਿਨ ਕਾ ਲਾਗਾ। ਜਿਹੜੇ ਜੀਵ ਦੇ ਮਨ ਵਿੱਚ ਵਾਹਿਗੁਰੂ ਜੀ ਦਾ ਪਿਆਰ ਲੱਗ ਜਾਂਦਾ ਹੈ, ਚਿਤ ਨਾਮ ਜਪਣ ਵਿੱਚ ਲੱਗ ਜਾਂਦਾ ਹੈ, ਸਤਨਾਮ ਸ੍ਰੀ ਵਾਹਿਗੁਰੂ, ਜਿਹੜੇ ਜੁੜ ਜਾਂਦੇ ਹਨ, ਤੇਰੇ ਜਨ ਤੇ ਆਵੇਂ ਇੱਕ ਮਨ ਇੱਕ ਚਿੱਤ, ਮਨ ਤੇ ਚਿੱਤ ਨੂੰ ਇੱਕ ਕਰ ਲੈਂਦੇ ਹਨ। ਇਹ ਨਹੀਂ ਹੁੰਦਾ। ਚਿੱਤ ਵੱਖਰਾ ਹੈ। ਚਿੱਤ ਕਹਿੰਦਾ ਮੈਨੂੰ ਲੈ ਚੱਲ ਗੁਰੂ ਘਰ, ਪਰ ਮਨ ਕਹਿੰਦਾ ਨਹੀਂ, ਮੈਨੂੰ ਹੋਰ ਕੋਈ ਕੰਮ ਹੈ। ਇਹ ਪੂਰੇ ਸਰੀਰ ਨੂੰ ਉੱਥੇ ਲੈ ਜਾਂਦਾ ਹੈ ਜਿੱਥੇ ਮਨ ਕਹਿੰਦਾ ਹੈ। ਚਿੱਤ ਦੀ ਕੋਈ ਗੱਲ ਨਹੀਂ ਸੁਣਦਾ। ਸਤਿਗੁਰਾਂ ਨੇ ਆਖਿਆ ਹੈ, ਮਨ ਤੇ ਚਿੱਤ ਨੂੰ ਮਿਲਾਉਣਾ ਪੈਂਦਾ ਹੈ। ਦੋਵਾਂ ਦਾ ਸੁਭਾਅ ਇੱਕ ਹੋਣਾ ਚਾਹੀਦਾ ਹੈ। ਜਿਹੋ ਜਿਹਾ ਚਿੱਤ ਦਾ, ਜਿਹੋ ਜਿਹਾ ਚਿੱਤ ਦਾ, ਉਹ ਜਿਹਾ ਮਨ ਦਾ, ਤਾਂ ਪਰਮਾਤਮਾ ਨਾਲ, ਵਾਹਿਗੁਰੂ ਜੀ ਨਾਲ ਜੁੜੀਦਾ ਹੈ। ਇੱਕ ਹੋਣਾ ਪੈਂਦਾ ਹੈ ਦੋਵਾਂ ਤੋਂ। ਏਕ ਜੋਤ ਦੋਏ ਮੂਰਤੀ, ਧਨ ਪਰ ਕਹੀਐ ਸੋਏ। ਜਿਹੜੇ ਦਿਲੋਂ ਇੱਕ ਮਨ ਹੋ ਕੇ ਤੇਰੇ ਜਨ ਤੇ ਆਵੇਂ, ਇੱਕ ਮਨ ਇੱਕ ਚਿੱਤ, ਉਹਨਾਂ ਦਾ ਚਿੱਤ ਲੱਗ ਜਾਂਦਾ ਹੈ ਗੁਰੂ ਦੇ ਚਰਨਾਂ ਵਿੱਚ, ਮਨ ਲੱਗ ਜਾਂਦਾ ਹੈ।
ਆਇਆ ਤਿਨ ਕਾ ਸਫਲ ਭਇਆ। ਜਨਮ ਸਾਖੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਉਹਨਾਂ ਦਾ ਦੁਨੀਆ ਤੇ ਆਉਣਾ ਸਫਲਾ ਹੋ ਜਾਂਦਾ ਹੈ। ਅੱਜ ਇਹ ਸ਼ਬਦ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਹਨ। ਅੰਗ ਹੈ 432, 432 ਆਸਾ ਮਹੱਲਾ ਪਹਿਲਾ। ਪੜਿਆ ਕਰੋ, ਬੜਾ ਗਿਆਨ ਮਿਲੇਗਾ। ਇਹ ਅੱਖਰ ਊੜਾ ਐੜਾ ਈੜੀ ਸੱਸਾ ਹਾਹਾ, ਇਹ ਵੀ ਬੰਦੇ ਨੂੰ ਗਿਆਨ ਦਿੰਦੇ ਹਨ ਤੇ ਗਿਆਨ ਲੈਣਾ ਵੀ ਚਾਹੀਦਾ ਹੈ ਸਤਿਗੁਰਾਂ ਕੋਲੋਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸੋਂ। ਆਇਆ ਤਿਨਕਾ ਸਫਲ ਭਇਆ, ਭਾਈ ਉਹਨਾਂ ਦਾ ਦੁਨੀਆ ਤੇ ਆਉਣਾ, ਆ ਜਿਹੜਾ ਜਨਮ ਮਿਲਿਆ ਹੈ ਬਾਈ ਦਾ ਗ੍ਰੇਸ ਆਫ ਗੋਡ ਹਿਊਮਨ ਬੀਇੰਗ ਇਜ਼ ਬੋਰਨ, ਆ ਮਾਨਸ ਜਨਮ ਦੀ ਪ੍ਰਾਪਤੀ ਵਾਹਿਗੁਰੂ ਦੀ ਕਿਰਪਾ ਨਾਲ ਹੋਈ ਹੈ। ਉਹਨਾਂ ਦਾ ਦੁਨੀਆ ਤੇ ਆਉਣਾ ਸਫਲਾ ਹੋ ਜਾਂਦਾ ਹੈ। ਜਿਹੜੇ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ, ਜਿਹੜੇ ਮੰਨਦੇ ਹਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ, ਜਪ ਮਨ ਸਤਨਾਮ ਸਦਾ ਸਤਨਾਮ। ਮਨ ਕਾਹੇ ਭੂਲੇ ਮੂੜ ਮਨਾ, ਐ ਮੂੜ ਮਨਾ, ਐ ਮੇਰੇ ਮੂਰਖ ਮਨ, ਸਤਿਗੁਰੂ ਜੀ ਹੁਕਮ ਕਰਦੇ ਹਨ। ਸਾਰਿਆਂ ਨੇ ਆਪੋ ਆਪਣੇ ਮਨ ਨੂੰ ਕਹਿਣਾ ਹੈ, ਕਿਉਂ ਭੁੱਲਾ ਫਿਰਦਾ ਹੈ, ਕਿਉਂ ਅਸਲੀ ਰਾਹ ਤੋਂ ਖੁੰਝ ਗਿਆ ਹੈ, ਭੁੱਲ ਗਿਆ ਹੈ। ਕਹਾਂ ਭੁੱਲਿਓ ਰੇ ਝੂਠੇ ਲੋਭ ਲਾਗ, ਰਾਹ ਤੇ ਆ ਜਾ, ਜਪਿਆ ਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪਣਾ ਅਸਲ ਰਾਹ ਜਿਹੜਾ ਹੈ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰ। ਮਨ ਕਾਹੇ ਭੂਲੇ ਮੂੜ ਮਨਾ, ਮੂੜ ਮੂਰਖ ਨੂੰ ਕਹਿੰਦੇ ਹਨ। ਜਬ ਲੇਖਾ ਦੇ ਵਹਿ ਬੀਰਾ ਤੋ ਪੜਿਆ, ਕਿਉਂਕਿ ਲੇਖਾ ਤੇ ਵਾਹਿਗੁਰੂ ਨੇ ਲੈਣਾ ਹੀ ਲੈਣਾ ਹੈ, ਅਕਾਲ ਪੁਰਖ ਜੀ ਨੇ। ਲੇਖਾ ਲੀਜੈ ਤਿਲ ਜਿਉ ਪੀੜੀ, ਜਦੋਂ ਜਨਮ ਹੋਇਆ ਹੈ ਚਿੱਤਰਗੁਪਤ ਨਾਲ ਭੇਜੇ ਹਨ। ਉਹ ਦੇਖ ਰਹੇ ਹਨ ਇਹ ਦਿਨੇ ਕੀ ਕਰਦਾ ਹੈ, ਇਹ ਰਾਤੀ ਕੀ ਕਰਦਾ ਹੈ, ਕਿਹੜੇ ਵੇਲੇ ਕੀ ਕਰ ਰਿਹਾ ਹੈ। ਜਿਵੇਂ ਕੋਈ ਫੋਟੋ ਬਣਾਉਂਦਾ ਹੈ, ਚਿੱਤਰਕਾਰੀ ਕਰਦਾ ਹੈ, ਉਸੇ ਪ੍ਰਕਾਰ ਇਹ ਜਿੰਨੀ ਵੀ ਇਹਦੇ ਕੋਲ ਲਾਈਫ ਹੈ, ਜਿੰਨੇ ਸਾਲਾਂ ਦੀ, ਚਿੱਤਰ ਗੁਪਤ ਰਾਤ ਦਾ ਦਿਨ ਦਾ ਇਹਦਾ ਲੇਖਾ ਚਿੱਤਰਦੇ ਜਾਂਦੇ ਹਨ ਉਸ ਫੋਟੋ ਵਾਂਗੂ। ਤੇ ਜਦੋਂ ਇਹ ਦੇਹ ਛੱਡ ਕੇ, ਕਿਉਂਕਿ ਦੇਹ ਨੂੰ ਇੱਥੇ ਸੁੱਟ ਕੇ ਜਾਣਾ ਪੈਂਦਾ ਹੈ, ਦੇਹ ਨਹੀਂ ਨਾਲ ਜਾਂਦੀ, ਤੇ ਜਿਹੜਾ ਮਨ ਸਾਰੀ ਇਹ ਗਲਤੀਆਂ ਭੁੱਲਾਂ ਕਰਦਾ ਹੈ, ਚੰਚਲ ਬਣਿਆ ਰਹਿੰਦਾ ਹੈ, ਚੋਟਾਂ ਖਾਂਦਾ ਰਹਿੰਦਾ ਹੈ। ਮਨ ਰਾਜਾ ਸੁਲਤਾਨ ਇਸ ਦੇਹ ਤੇ ਰਾਜ ਕਰਦਾ ਰਹਿੰਦਾ ਹੈ। ਜਿਹੜੀ ਦੇਹ ਤੇ ਰਾਜ ਕਰਦਾ ਹੈ ਉਹ ਦੇਹ ਇੱਥੇ ਸੁੱਟ ਕੇ ਜਾਣੀ ਪੈਂਦੀ ਹੈ। ਫਿਰ ਲੇਖੇ ਹੁੰਦੇ ਹਨ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢਾਕੇ। ਚਿੱਤਰਗੁਪਤ ਵੀ ਸਾਰਾ ਖੋਲ ਕੇ ਰੱਖ ਦਿੰਦੇ ਹਨ। ਇਹਨੇ ਰਾਤਾਂ ਨੂੰ ਆਹ ਕੀਤਾ ਹੈ, ਇਹਨੇ ਦਿਨ ਵੇਲੇ ਆਹ ਕੀਤਾ ਹੈ, ਇਹਨੇ ਅੰਮ੍ਰਿਤ ਵੇਲੇ ਆਹ ਕੀਤਾ ਹੈ, ਇਹਨੇ ਸ਼ਾਮ ਵੇਲੇ ਆਹ ਕੀਤਾ ਹੈ। ਸਾਰਾ ਹਿਸਾਬ ਜਿਹੜਾ ਹੈ ਉਹ ਲੇਖੇ ਵਿੱਚ ਆ ਜਾਂਦਾ ਹੈ। ਉਦੋਂ ਦੁਨੀਆ ਤੇ ਭਾਵੇਂ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋਵੇ, ਗਿਆਨਵਾਨ ਹੋਵੇ, ਪਰ ਉਸ ਵੇਲੇ ਪਤਾ ਲੱਗਦਾ ਹੈ ਇਹ ਪੜ੍ਹਿਆ ਹੋਇਆ ਸੀ ਕਿ ਗੁਨਾਹਗਾਰ ਸੀ। ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ। ਬੀਰਾ ਤੋ ਪੜਿਆ, ਇੰਜ ਵੀ ਹੁਕਮ ਹਨ। ਉਸ ਵੇਲੇ ਫਿਰ ਰੱਸੇ ਪੈਂਦੇ ਹਨ, ਸੰਗਲ ਪੈਂਦੇ ਹਨ। ਆਸਾ ਦੀ ਦੀਵਾਰ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ। ਆ ਜਿਹੜੀ ਦੇਹ ਸੀ ਇਹ ਭਸਮੜ ਹੋ ਗਈ, ਸਵਾਹ ਹੋ ਗਈ, ਭੌਰ ਚਲਾ ਗਿਆ ਲੇਖੇ ਦੇਣ ਵਾਸਤੇ। ਉਦੋਂ ਫਿਰ ਸੰਗਲ ਪੈਂਦੇ ਹਨ। ਗੱਲ ਸੰਗਲ ਘੱਤ ਚਲਾਇਆ, ਬੀਰਾ ਤੋਂ ਪੜਿਆ, ਤਾਂ ਪਤਾ ਲੱਗੇਗਾ ਤੂੰ ਪੜਿਆ ਹੋਇਆ ਹੈ। ਤੇ ਪੜਿਆ ਹੋਇਆ ਹੁੰਦਿਆਂ ਹੋਇਆਂ ਵੀ ਤੂੰ ਗੁਨਾਹ ਗਲਤੀਆਂ ਭੁੱਲਾਂ ਕੀਤੀਆਂ ਹਨ।
ਫਿਰ ਸੰਗਲ ਕੱਤ ਚਲਾਇਆ, ਗਲ ਵਿੱਚ ਸੰਗਲ ਵੀ ਪੈ ਜਾਂਦੇ ਹਨ। ਪੜਿਆ ਕਰੋ ਆਸਾ ਜੀ ਦੀ ਵਾਰ, ਤੂੰ ਕਾਦਾ ਪੜਿਆ ਹੋਇਆ ਰਿਹਾ ਜੇ ਤੂੰ ਨਾਮ ਨਹੀਂ ਜਪਿਆ, ਸਤਨਾਮ ਸ੍ਰੀ ਵਾਹਿਗੁਰੂ ਜੀ। ਰਹਾਓ। ਜਨਮ ਸਾਖੀ ਵਿੱਚ ਜਦੋਂ ਪੱਟੀ ਲਿਖੀ ਹੈ ਸਤਿਗੁਰਾਂ ਨੇ, ਹੁਣ ਇਹ ਗੁਰਬਾਣੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਹੈ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਅੰਗ ਹੈ 432 432। ਈਵੜੀ ਆਦ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਈੜੀ ਜਿਹੜੀ ਹੈ, ਕਿਉਂਕਿ ਊੜੇ ਵਿੱਚ ਵਾਹਿਗੁਰੂ ਆਪ ਆ ਜਾਂਦੇ ਹਨ। ਇੱਕ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਾਲ ਇੱਕ ਲਾ ਦਿੱਤਾ ਹੈ ਕਿ ਉਹਨਾਂ ਵਰਗਾ ਕੋਈ ਹੋਰ ਨਹੀਂ, ਉਹ ਆਪਣੇ ਆਪ ਵਿੱਚ ਹੀ ਹਨ, ਉਹ ਇੱਕੋ ਹਨ, ਹੋਰ ਉਹਨਾਂ ਵਰਗਾ ਕੋਈ ਨਹੀਂ। ਉਹ ਅਕਾਲ ਪੁਰਖ ਕੇਵਲ ਇੱਕ ਹਨ। ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਮ ਵੀ ਉਸ ਇੱਕ ਦਾ ਹੀ ਜਪਿਆ ਜਾਂਦਾ ਹੈ। ਨਾਨਕ ਕੈ ਘਰ ਕੇਵਲ ਨਾਮ, ਨਾਮ ਹੀ ਜਪਿਆ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਨਾਨਕ ਕੈ ਘਰ ਕੇਵਲ, ਕੇਵਲ ਇੱਕ ਨੂੰ ਕਹਿੰਦੇ ਹਨ। ਇੱਕ ਓੰਕਾਰ ਹੀ ਜਪਿਆ ਜਾਂਦਾ ਹੈ, ਇੱਕ ਵਾਹਿਗੁਰੂ ਹੀ ਜਪਿਆ ਜਾਂਦਾ ਹੈ। ਈਵੜੀ ਆਦ ਪੁਰਖ ਹੈ ਦਾਤਾ, ਈੜੀ ਜਿਹੜੀ ਹੈ ਇਹ ਵੀ ਮੁੱਢ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ। ਉਹ ਆਪ ਹੀ ਹਨ, ਆਪਣੇ ਆਪ ਤੋਂ ਸਰਬ ਵਿਆਪਕ ਹਨ, ਸਦਾ ਥਿਰ ਰਹਿਣ ਵਾਲੇ ਹਨ, ਸਾਰੀ ਰਚਨਾ ਦੇ ਵਿੱਚ ਮੌਜੂਦ ਹਨ, ਰਿਜ਼ਕ ਦੇਣ ਵਾਲੇ ਹਨ। ਦੁਨੀਆ ਦੇ ਵਿੱਚ ਪਾਤਸ਼ਾਹੀਆਂ ਖੁੱਸ ਜਾਂਦੀਆਂ ਹਨ, ਪਰ ਉਹਨਾਂ ਦੀ ਪਾਤਸ਼ਾਹੀ ਸਦਾ ਕਾਇਮ ਰਹਿੰਦੀ ਹੈ। ਕਾਇਮ ਦਾਇਮ ਸਦਾ ਪਾਤਸ਼ਾਹੀ, ਉਹ ਸਦਾ ਕਾਇਮ ਰਹਿਣ ਵਾਲੇ ਹਨ। ਈਵੜੀ ਜਿੰਨੀ ਸ਼ਕਤੀ ਜੀਆਂ ਦੇ ਵਿੱਚ ਹੈ, ਜ਼ੋਰ ਹੈ, ਤਾਕਤ ਹੈ, ਆ ਜਿਹੜੀ ਸਰਗੁਣ ਸਰੂਪ ਦੁਨੀਆ ਹੈ, ਜੋ ਇਹਨਾਂ ਦੇ ਵਿੱਚ ਪਾਵਰ ਹੈ, ਬਲ ਹੈ, ਤਾਕਤ ਹੈ, ਇਹ ਆਦ ਪੁਰਖ ਵਾਹਿਗੁਰੂ ਜੀ ਦੀ ਹੈ। ਇਹ ਦਾਤ ਉਹਨਾਂ ਦੀ ਦਿੱਤੀ ਹੋਈ ਹੈ, ਤਾਂ ਲੋਕ ਜੀਵ ਜਿਹੜੇ ਹਨ ਉਹਨਾਂ ਵਿੱਚ ਤਾਕਤਾਂ ਹਨ, ਬਲ ਹਨ, ਆਪੇ ਹੀ ਹਨ ਵਾਹਿਗੁਰੂ ਜੀ ਉਹਨਾਂ ਦੇ ਵਿੱਚ। ਆਦ ਪੁਰਖ ਹੈ ਦਾਤਾ। ਈਵੜੀ ਭਾਵ ਈੜੀ ਜਿਹੜੇ ਅਲਫਾਬੇਟ ਹਨ, ਜਿਹੜੀ ਪੱਟੀ ਲਿਖੀ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਈਵੜੀ ਆਦ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਸਾਰੀ ਸ਼ਕਤੀ ਦੇ ਵਿੱਚ ਜਿੰਨੀਆਂ ਵੀ ਸ਼ਕਤੀਆਂ ਹਨ, ਉਹ ਸਾਰੀਆਂ ਆਦਿ ਪੁਰਖ ਜੀ ਤੋਂ ਆ ਰਹੀਆਂ ਹਨ। ਇਸ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਖਾਂ ਵਿੱਚ ਜੋਤੀ ਜਗ ਰਹੀ ਹੈ। ਲੋਕ ਇਹਨਾਂ ਦੀਦਿਆਂ ਨਾਲ ਤੱਕ ਰਹੇ ਹਨ, ਉਹ ਆਪ ਹੀ ਹਨ ਐਵਰੀਵੇਅਰ। ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੈ। ਇਹ ਜਿਹੜੇ ਅੱਖਰ ਸਤਿਗੁਰੂ ਜੀ ਨੇ ਪੱਟੀ ਵਿੱਚ ਲਿਖੇ ਹਨ, ਊੜਾ ਐੜਾ ਈੜੀ ਸੱਸਾ, ਅੱਗੇ ਅੱਗੇ ਆਪ ਜੀ ਸਰਵਣ ਕਰਦੇ ਜਾਓਗੇ। ਆਪ ਵੀ ਪੜਿਆ ਕਰੋ ਜਨਮ ਸਾਖੀ। ਜੇ ਜਨਮ ਸਾਖੀ ਨਹੀਂ ਪੜ੍ਹੀ ਜਾਂਦੀ ਤੇ ਚਲੇ ਜਾਇਆ ਕਰੋ। 432 ਅੰਗ ਹੈ। ਧੰਨ 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 ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਉਥੋਂ ਆਪ ਜੀ ਨੂੰ ਸਭਨਾਂ ਨੂੰ ਜੋ ਜੋ ਵੀ ਪੜ੍ਹਨਗੇ ਬੜਾ ਗਿਆਨ ਮਿਲੇਗਾ ਇਹਨਾਂ ਅੱਖਰਾਂ ਦੁਆਰਾ। ਇਹਨਾਂ ਅੱਖਰਾਂ ਦੇ ਰਾਹੀਂ ਜੋ ਜੋ ਵੀ ਪੜ੍ਹਨਗੇ, ਜਿਵੇਂ ਪਾਠ ਕਰੀਦਾ ਹੈ, ਸਾਖੀਆਂ ਪੜ੍ਹੀਦੀਆਂ ਹਨ, ਗੁਰਪ੍ਰਤਾਪ ਸੂਰਜ ਪੜ੍ਹੀਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਪੜ੍ਹੀਦੀ ਹੈ, ਉਹਨਾਂ ਦੇ ਸਿਰ ਤੋਂ ਲੇਖ ਜਿਹੜੇ ਹਨ ਫਿਰ ਮਿਟ ਜਾਂਦੇ ਹਨ। ਕਿਉਂਕਿ ਉਹ
ਉਸ ਪਾਸੇ ਹੀ ਨਹੀਂ ਜਾਂਦੇ ਜਿਹਦੇ ਨਾਲ ਮਾੜੇ ਲੇਖ ਲਿਖੇ ਜਾਣ। ਜਿਵੇਂ ਫਰੀਦ ਜੀ ਨੇ ਕਿਹਾ ਹੈ, ਕਾਲੇ ਲਿਖ ਨਾ ਲੇਖ। ਕਾਲੇ ਲੇਖ ਫਿਰ ਨਹੀਂ ਲਿਖਦੇ, ਕਿਉਂਕਿ ਸਿਆਹੀ ਕਾਲੀ ਹੁੰਦੀ ਹੈ। ਬੰਦਾ ਆਪਣੀ ਲਲਤਾ ਨਾਲ, ਜ਼ਬਾਨ ਨਾਲ ਕਈ ਵਾਰੀ ਕਾਲੇ ਲੇਖ ਲਿਖਦਾ ਰਹਿੰਦਾ ਹੈ, ਦੂਜਿਆਂ ਦਾ ਬੁਰਾ ਤੱਕਦਾ ਰਹਿੰਦਾ ਹੈ, ਵਿਕਾਰ ਇਕੱਠੇ ਕਰਦਾ ਰਹਿੰਦਾ ਹੈ। ਇਹਨਾਂ ਅੱਖਰਾਂ ਵਿੱਚੋਂ, ਗੁਰਬਾਣੀ ਵਿੱਚੋਂ ਗਿਆਨ ਲੈ ਕੇ ਧਰਮ ਰਾਜ ਸਾਰੇ ਕਾਗਜ਼ ਪਾੜ ਪੋੜ ਦਿੰਦਾ ਹੈ। ਧਰਮ ਰਾਏ ਦਰ ਕਾਗਦ ਫਾਰੇ। ਜਿਹੜੇ ਮਹਾਰਾਜ ਦੀ ਸੇਵਾ ਕਰਦੇ ਹਨ, ਨਾਮ ਜਪਦੇ ਹਨ, ਕੀਰਤਨ ਕਰਦੇ ਹਨ, ਕੀਰਤੀ ਕਰਦੇ ਹਨ, ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰਦੇ ਹਨ, ਵਡਿਆਈ ਕਰਦੇ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਹਰ ਵੇਲੇ ਜੋ ਵੀ ਦਰਸ਼ਨ ਕਰਨ ਜਾਂਦੇ ਹਨ, ਅੱਜ ਕੱਲ੍ਹ ਤੇ ਟੀਵੀਆਂ ਦੇ ਵਿੱਚ ਵੀ ਐਵਰੀਵੇਅਰ ਹਰ ਪਾਸੇ ਪਹੁੰਚ ਜਾਈਦਾ ਹੈ। ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੀਰਤਨੀਏ ਕੀਰਤੀ ਕਰ ਰਹੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਜੀ। ਇਹਨਾਂ ਅੱਖਰਾਂ ਦੇ ਵਿੱਚੋਂ ਹੀ ਸਾਰੇ ਗਿਆਨ ਮਿਲਦੇ ਹਨ। ਜਪਜੀ ਸਾਹਿਬ ਜੀ ਦੀ ਪਾਠ, ਜਪਜੀ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ ਪਾਠ ਪੜ੍ਹਿਆ ਕਰੋ। ਅਖਰੀ ਨਾਮ, ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹਾ। ਬੜਾ ਗਿਆਨ ਆ ਜਾਂਦਾ ਹੈ ਪੜ੍ਹ ਪੜ੍ਹ ਕੇ। ਮਨ ਰੱਬ ਵਾਲੇ ਪਾਸੇ, ਵਾਹਿਗੁਰੂ ਜੀ ਵਾਲੇ ਪਾਸੇ, ਸਤ ਕਰਤਾਰ ਜੀ ਵਾਲੇ ਪਾਸੇ ਤੁਰ ਪੈਂਦਾ ਹੈ। ਹੁਣ ਊੜੇ ਦੁਆਰਾ ਸਮਝਾ ਰਹੇ ਹਨ। ਊੜਾ ਉਪਮਾ ਤਾਂ ਕੀ ਕੀਜੈ। ਊੜਾ ਕਹਿੰਦਾ ਹੈ ਸਾਰੇ ਜੀਆਂ ਨੂੰ, ਜੋ ਪੱਟੀ ਲਿਖੀ ਹੈ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਵਿੱਚ, ਕਿ ਭਾਈ ਨਾਮ ਜਪਿਆ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ, ਉਹਦੀ ਸਿਫਤ ਸਲਾਹ ਕਰਿਆ ਕਰੋ। ਉਹ ਜੋ ਊੜਾ ਹੈ, ਐ ਊੜਾ, ਉਸੇ ਦੀ ਉਪਮਾ ਕਰਿਆ ਕਰ। ਊੜੇ ਨੂੰ ਵੀ ਕਹਿੰਦੇ ਹਨ ਧੰਨ ਗੁਰੂ ਨਾਨਕ ਸਾਹਿਬ ਜੀ, ਤੇ ਜਿੰਨੇ ਜੀਵ ਹਨ ਸੰਸਾਰ ਦੇ, ਉਹਨਾਂ ਨੂੰ ਵੀ ਕਹਿ ਰਹੇ ਹਨ ਇਹਨਾਂ ਅੱਖਰਾਂ ਕੋਲੋਂ ਕੋਈ ਮਤ ਲੈ ਲਵੋ, ਸਮੱਤੀ ਲੈ ਲਵੋ। ਊੜੇ ਉਪਮਾ ਤਾਕੀ ਕੀਜੈ, ਜਾ ਕਾ ਅੰਤ ਨ ਪਾਇਆ। ਜਿਹੜੇ ਵਾਹਿਗੁਰੂ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸੇ ਵਾਹਿਗੁਰੂ ਜੀ ਦੀ ਉਪਮਾ ਕਰੋ, ਉਸਤਤ ਕਰੋ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਸੇਵਾ ਕਰਹਿ ਸੇ ਫਲ ਪਾਵਹਿ। ਜਿਹੜੀ ਸੇਵਾ ਕਰਦੇ ਹਨ, ਨਾਮ ਜਪਦੇ ਹਨ, ਇਹਨਾਂ ਹੱਥਾਂ ਨਾਲ ਸੇਵਾ ਕਰਦੇ ਹਨ, ਇਹਨਾਂ ਨੇਤਰਾਂ ਨਾਲ ਗੁਰੂ ਦੇ ਦੀਦਾਰ ਕਰਦੇ ਹਨ, ਉਹ ਫਲ ਪਾਉਂਦੇ ਹਨ। ਉਹਨਾਂ ਦੀ ਜੀਭਾ ਤੋਂ ਫਿਰ ਇਹ ਫਲ ਨਜ਼ਰ ਆਉਂਦਾ ਹੈ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਜਿਨਨੇ ਸੱਚ ਕਮਾਇਆ, ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ, ਰਸਨਾ ਤੇ ਵੀ ਸੱਚ, ਹੱਥਾਂ ਤੇ ਵੀ ਸੱਚ, ਮਨ ਬਚ ਕਰਮ ਜੇ ਤੁਧਾ ਆਰਾਧੇ, ਸੇ ਸਭੇ ਫਲ ਪਾਵੇ। ਇਹਨਾਂ ਹੱਥਾਂ ਨੂੰ ਦੇਖਿਆ, ਇਹ ਵਾਹਿਗੁਰੂ ਦੀ ਸੇਵਾ ਵੱਲੋਂ ਡਿਸਆਰਡਰ ਤੇ ਨਹੀਂ, ਇਹਨਾਂ ਨੇਤਰਾਂ ਵੱਲੋਂ ਤੱਕਦੇ ਹਨ ਗੁਰਬਾਣੀ ਪੜ੍ਹ ਕੇ। ਇਹ ਗੁਰੂ ਦੇ ਦਰਸ਼ਨ ਕਰਨ ਵੱਲੋਂ ਡਿਸਆਰਡਰ ਤਾਂ ਨਹੀਂ ਹੋ ਗਏ। ਇਹਨਾਂ ਪੈਰਾਂ ਨੂੰ ਵੀ ਤੱਕਦੇ ਹਨ, ਇਹ ਮੰਦੇ ਪਾਸੇ ਜਾਂਦੇ ਹਨ, ਇਹ ਗੁਰੂ ਘਰ ਜਾਣ ਵਾਸਤੇ ਡਿਸਆਰਡਰ ਤਾਂ ਨਹੀਂ, ਆਗਿਆ ਤੋਂ ਬਾਹਰ ਤੇ ਨਹੀਂ। ਜੋ ਕੁਝ ਹੈ ਪਿਆਰਿਓ ਆਗਿਆ ਵਿੱਚ ਹੈ, ਹੁਕਮ ਵਿੱਚ ਹੈ। ਜੇ ਮਾਨਸ ਜਨਮ ਪਾ ਕੇ ਪ੍ਰਵਾਨ ਹੋਣਾ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਸੇਵਾ ਕਰ ਹੈ, ਜੋ ਸੇਵਾ ਕਰਦੇ ਹਨ ਸੇਈ ਫਲ ਪਾਵਹਿ। ਉਹ ਫਲ ਪਾ ਲੈਂਦੇ ਹਨ, ਸੁੱਖ ਵੀ, ਸੁੱਖਾਂ ਦੇ ਫਲ ਵੀ ਮਿਲ ਜਾਂਦੇ ਹਨ। ਹਰ ਪਾਸਿਓਂ ਚੰਗੇ ਫਲ ਹੀ ਇਸ ਦੇਹ ਰੂਪੀ ਟਰੀ ਨੂੰ ਲੱਗਦੇ ਹਨ। ਧੀਆਂ ਪੁੱਤਰ ਕੁਟੁੰਬ ਪਰਿਵਾਰ, ਇਹ ਸਾਰਾ ਫਲ ਹੈ, ਚੰਗੇ ਫਲ ਲੱਗਦੇ ਹਨ। ਜਿਨਨੇ ਸੱਚ ਕਮਾਇਆ, ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ, ਜਪਿਆ ਸਤਨਾਮ ਸ੍ਰੀ ਵਾਹਿਗੁਰੂ। ਨੰਗੇ ਗਿਆਨ ਬੁਝੈ ਜੇ ਕੋਈ,
ਹੁਣ ਨੰਗਾ ਅੱਖਰ ਆ ਗਿਆ ਹੈ। ਨੰਗਾ ਅੱਖਰ ਵੀ ਗਿਆਨ ਦਿੰਦਾ ਹੈ ਕਿ ਆਪਣੇ ਅਕਾਲ ਪੁਰਖ ਜੀ ਨਾਲ ਆਪਣੇ ਮੂਲ ਦੀ ਪਛਾਣ ਕਰੋ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਨੰਗੇ ਗਿਆਨ ਬੁਝੈ ਜੇ ਕੋਈ, ਉਹਨੂੰ ਗਿਆਨ ਬੁੱਝਿਆ ਹੋਇਆ ਤਾਂ ਸਮਝੀਦਾ ਹੈ ਕਿ ਇਹਨੂੰ ਗਿਆਨ ਇਹਦੇ ਅੰਦਰ ਹੈ, ਇਹਨੇ ਗਿਆਨ ਨੂੰ ਬੁੱਝ ਲਿਆ ਹੈ। ਪੜਿਆ ਪੰਡਤ ਸੋਈ, ਜਿਹੜਾ ਸਾਰਿਆਂ ਦੇ ਵਿੱਚ ਪਰਮੇਸ਼ਰ ਨੂੰ ਦੇਖੇ। ਮਾਨਸ ਕੀ ਜਾਤ ਸਭ ਹੈ ਏਕੈ ਪਹਿਚਾਨ ਬੋ, ਸਾਰਿਆਂ ਜੀਆਂ ਦੇ ਵਿੱਚ ਵਾਹਿਗੁਰੂ ਜੀ ਦੀ ਜੋਤ ਤੱਕ ਲਵੇ। ਇੰਜ ਕਵੇ ਸਰਬ ਜੋਤ ਤੇਰੀ ਪਸਰ ਰਹੀ। ਮਾਲਿਕ ਹਰ ਜੀਵ ਵਿੱਚ, ਪੱਤੇ ਪੱਤੇ ਵਿੱਚ, ਜ਼ਰਰੇ ਜ਼ਰਰੇ ਵਿੱਚ ਤੁਸੀਂ ਹੋ। ਉਹ ਪੜਿਆ ਹੋਇਆ ਪੰਡਤ ਹੈ, ਗਿਆਨੀ ਹੈ। ਇਹ ਨੰਗਾ ਅੱਖਰ ਗਿਆਨ ਬਖਸ਼ਿਸ਼ ਕਰ ਰਿਹਾ ਹੈ। ਨੰਗੇ ਗਿਆਨ ਬੂਝੇ ਜੇ ਕੋਈ, ਪੜਿਆ ਪੰਡਤ ਸੋਈ। ਜਿਹਨੂੰ ਇਹ ਸਮਝ ਪੈ ਜਾਵੇ ਇਹ ਤੇ ਰਚਨਾ ਹੀ ਸਾਰੀ ਅਕਾਲ ਪੁਰਖ ਦੀ ਹੈ। ਸਾਰਿਆਂ ਵਿੱਚ ਪਰਮਾਤਮਾ ਹੈ, ਵਾਹਿਗੁਰੂ ਹੈ, ਸਾਰਿਆਂ ਜੀਵਾਂ ਦੇ ਵਿੱਚ ਮੌਜੂਦ ਹੈ। ਉਹ ਫਿਰ ਪੜਿਆ ਹੋਇਆ ਪੰਡਤ ਹੈ, ਗਿਆਨੀ ਹੈ। ਸਰਬ ਜੀਆਂ ਮਹਿ ਏਕੋ ਜਾਣੈ, ਸਾਰਿਆਂ ਜੀਆਂ ਵਿੱਚ ਇੱਕੋ ਵਾਹਿਗੁਰੂ ਜੀ ਨੂੰ ਜਾਣੇ। ਤਾਂ ਹਉ ਮੈਂ ਕਹੈ ਨ ਕੋਈ, ਫਿਰ ਕੋਈ ਵੀ ਜਿਹੜਾ ਬੁੱਝ ਲਵੇਗਾ ਉਹ ਕਦੀ ਆਪਣੇ ਆਪ ਨੂੰ ਹਉਮੈ ਵਿੱਚ, ਹਉਮੈ ਦੇ ਰੋਗ ਵਿੱਚ ਪਾਉਣਾ ਨਹੀਂ ਕਰੇਗਾ। ਇਹ ਰੋਗ ਨਹੀਂ ਲਾਵੇਗਾ ਹਉਮੈ ਵਾਲਾ। ਫਿਰ ਕਵੇਗਾ ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਹਾਂ ਹਾਂ ਮੈਂ ਵਿੱਚੋਂ ਖੋਵੈ, ਦੂਜਾ ਮੇਟਾ ਏਕੋ ਹੋਵੇ। ਹਾਂ ਹਾਂ ਛੱਡ ਦੇਵੇਗਾ, ਮੈਂ ਛੱਡ ਦੇਵੇਗਾ। ਜੇ ਕਦੀ ਮੈਂ ਕਹਿ ਵੀ ਦੇਵੇਗਾ ਤੇ ਹੋਰ ਢੰਗ ਨਾਲ ਕਵੇਗਾ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਸੁਲਹੀ ਖਾਂ ਚੜ ਕੇ ਆ ਗਿਆ ਸੀ। ਸਤਿਗੁਰੂ ਜੀ ਕਹਿਣ ਲੱਗੇ ਦੋ ਬੰਦੇ ਭੇਜ ਦਈਏ, ਕੋਈ ਚਿੱਠੀ ਭੇਜ ਦਈਏ। ਮਹਾਰਾਜ ਕਹਿਣ ਲੱਗੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਤੋ ਪਿਆਰਿਓ, ਇੱਥੇ ਤੱਕ ਅੱਜ ਸੇਵਾ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ। ਜੇ ਗੁਰੂ ਕਿਰਪਾ ਕਰਨਗੇ ਇਹ ਜਿਹੜੀ ਪੱਟੀ ਹੈ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਵਿੱਚ ਦਾਸਰੇ ਦੇ ਹੱਥ ਵਿੱਚ ਗੁਰੂ ਕਿਰਪਾ ਕਰਨਗੇ ਤੇ ਇਹ ਜਿੰਨੇ ਅੱਖਰ ਹਨ ਪੜ੍ਹਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਅੱਖਰਾਂ ਦੁਆਰਾ ਗਿਆਨ ਬੜਾ ਹੈ। ਅੱਖਰੀ ਨਾਮ, ਨਾਮ ਵੀ ਅੱਖਰਾਂ ਵਿੱਚ ਹੈ। ਸਤਨਾਮ ਵਾਹਿਗੁਰੂ। 1430 ਅੰਗ ਹਨ। ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਰੇ ਅੱਖਰਾਂ ਵਿੱਚ ਹਨ। ਇਹ ਅੱਖਰ ਬੜਾ ਸਾਥ ਦਿੰਦੇ ਹਨ। ਇਹ ਅੱਖਰ ਮੱਥੇ ਵਿੱਚ ਵੀ ਲਿਖੇ ਹੋਏ ਹਨ। ਮਾਥੇ ਜੋ ਧੁਰ ਲਿਖਿਆ ਸੋ ਮੇਟ ਨ ਸਕੈ ਕੋਏ। ਗੁਰੂ ਕਿਰਪਾ ਕਰਦੇ ਹਨ। ਜਦੋਂ ਮੱਥਾ ਟੇਕੀਦਾ ਹੈ, ਜਦੋਂ ਮੱਥਾ ਲੱਗ ਜਾਂਦਾ ਹੈ ਸਤਿਗੁਰਾਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ, ਜਿਵੇਂ ਮੋਹਰ ਚੰਗੀ ਤਰ੍ਹਾਂ ਲੱਗ ਜਾਵੇ ਅੱਖਰ ਸਾਰੇ ਉਗੜ ਆਉਂਦੇ ਹਨ। ਜਦੋਂ ਮੱਥਾ ਲੱਗਦਾ ਹੈ ਕਈ ਦੁੱਖ ਚਲੇ ਜਾਂਦੇ ਹਨ, ਕਈ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਇੱਥੇ ਤੱਕ ਯਾਦ ਰੱਖਣ ਦੀ ਕਿਰਪਾਲਤਾ ਕਰਨੀ। ਗੁਰੂ ਪਿਆਰਿਓ, ਨੰਗੇ ਗਿਆਨ ਬੂਝੈ ਜੇ ਕੋਈ, ਪੜਿਆ ਪੰਡਤ ਸੋਈ। ਉਸ ਸਰਬ ਜੀਆਂ ਮੈਂ ਏਕੋ ਜਾਣੇ, ਤਾਂ ਹਉ ਮੈਂ ਕਹਿ ਨਾ ਕੋਈ। ਸਾਰਿਆਂ ਜੀਆਂ ਦੇ ਵਿੱਚ ਉਸ ਵਾਹਿਗੁਰੂ ਨੂੰ ਜਾਣੇ। ਇੱਕੋ ਜੋ ਅਕਾਲ ਪੁਰਖ ਹਨ ਉਹਨਾਂ ਨੂੰ ਜਾਣਨਾ ਕਰੇ ਤਾਂ ਬੰਦੇ ਦੇ ਮਨ ਵਿੱਚ ਹਉਮੈ ਨਹੀਂ ਆਉਂਦੀ। ਹਉਮੈ ਤੋਂ ਬੰਦਾ ਬਚ ਜਾਂਦਾ ਹੈ। ਦਾਸ ਦਿਲਬਾਗ ਸਿੰਘ ਪਾਸੋਂ ਗੁਰਬਾਣੀ ਵਿਚਾਰ ਲੀਡਸ UK ਤੋਂ ਇਹ ਕਥਾ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ। ਇੱਕੋ ਓੰਕਾਰ ਸਤਿਗੁਰ ਪ੍ਰਸਾਦ, ਸੱਸੈ ਸੋਏ ਸ੍ਰਿਸ਼ਟ ਜਨ ਸਾਜੀ, ਸਭਨਾ ਸਾਹਿਬ ਏਕ ਭਇਆ। ਕਈ ਪ੍ਰਕਾਰ ਦੀਆਂ ਮੇਰੇ ਕੋਲੋਂ ਭੁੱਲਾਂ ਹੋ ਗਈਆਂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਤ ਗੁਰੂ ਦਾ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸਤਿਗੁਰੂ ਜੀ
ਅਤੇ ਸਾਧ ਸੰਗਤ ਜੀ ਉਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਹੋ ਸਕੇ ਤੇ ਅਰਦਾਸ ਕਰ ਦੇਣੀ ਸਤਿਗੁਰੂ ਅੱਗੇ ਤੋਂ ਸੋਝੀ ਬਖਸ਼ਿਸ਼ ਕਰਨ। ਇਹਨਾਂ ਅੱਖਰਾਂ ਵਿੱਚੋਂ ਗਿਆਨ ਲਈਏ ਇਹ ਅੱਖਰ ਕੀ ਕੀ ਹੁਕਮ ਕਰਦੇ ਹਨ। ਹੋ ਸਕਦਾ ਹੈ ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਇੱਕ ਅੱਖਰ ਵੀ ਸਾਡੇ ਮਨ ਵਿੱਚ ਵਸ ਜਾਵੇ, ਸਾਡੇ ਸਤਿਗੁਰੂ ਜੀ ਨਿਹਾਲ ਹੋ ਜਾਣਗੇ। ਦੇਖੋ ਇਹ ਕਿੰਨਾ ਚੰਗਾ ਗੁਰਸਿੱਖ ਹੈ, ਇਹ ਗੁਰਬਾਣੀ ਪੜ੍ਹਦਾ ਹੈ, ਇਹ ਗੁਰੂ ਦੇ ਹੁਕਮ ਨੂੰ ਮੰਨ ਰਿਹਾ ਹੈ। ਮੰਨੇ ਕੀ ਗਤ ਕਹੀ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।